2022 विधानसभा चुनावों को लेकर हमारे कैमरामैन मनदीप सिंह आज हेरिटेज स्ट्रीट पहुंचे, जहां उन्होंने आम जनता से बातचीत की और पूछा कि वह कैसी सरकार चाहते हैं, जिस पर लोगों ने कहा कि सरकार ऐसी हो जो बढ़ती महंगाई, बिगड़ती शिक्षा प्रणाली और स्वास्थ्य सेवाओं के बढ़ते मुद्दों पर ध्यान दे, जिससे लोग आजकल जो परेशानियां उठा रहे हैं वो थोड़ी कम हो। मेरा नाम सुदेश कौर है। अंकल जी, जिस तरह कि हुण महीने तक इलैक्शनस आ रहे हैं तो सरकार की मेन एजेंडा होना चाहिए, मुद्दा होना चाहिए जिस पर सरकार को ध्यान देना चाहिए। सरकार कोई भी आवे उन्होंने किसी का भी नहीं भला सोचना, उन्होंने अपनी जेबां भरनिया बस इन्ने दफे बड़े आ। जनता को मुश्किल बड़िया आई जी, एक नहीं गई दो नहीं गई, बहुत मुश्किल आई हैं। समझ आई कि नहीं? कोई अज दिन तक व्यापारियों का कोई नहीं इन्होंने सवारिया। सत श्री अकाल भाजी, मेरा नाम आ कुलदीप सिंह जी। देखो जी, सरकार ਨੂੰ ਪਹਿਲਾਂ ਤਾਂ ਐਜੂਕੇਸ਼ਨ ਵੱਲ ਧਿਆਨ ਦੇਣਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਐਜੂਕੇਸ਼ਨ ਜਿਹੜੀ ਆ ਉਹ ਸਾਰੇ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ, ਸਾਰੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਸਰਕਾਰ ਨੂੰ ਕੰਮ ਕਰਨੇ ਚਾਹੀਦੇ ਆ। ਜਿਹੜੇ ਸਰਕਾਰ ਵਾਅਦੇ ਕਰਦੀ ਆ ਉਹ ਪੂਰੇ ਕਰਨੇ ਚਾਹੀਦੇ। 5 ਸਾਲਾਂ ਵਿੱਚ ਜੋ ਮੈਨੀਫੈਸਟੋ ਇਹਨਾਂ ਦਾ ਬਣਾਉਂਦੇ ਆ ਉਹਨੂੰ ਮੇਰੇ ਹਿਸਾਬ ਨਾਲ ਲੀਗਲ ਡਾਕੂਮੈਂਟਸ ਬਣਾ ਦੇਣਾ ਚਾਹੀਦਾ। ਜੇ ਨਾ ਸਰਕਾਰ ਪੂਰਾ ਕਰੇ 5 ਸਾਲਾਂ ਵਿੱਚ ਤੇ ਸਰਕਾਰ ਨੂੰ ਜਿਹੜਾ ਉਹ ਬਰਖਾਸਤ ਕਰ ਦੇਣਾ ਚਾਹੀਦਾ। महंगाई वाल देना चाहिए। और की महंगाई बहुत होण डई आ, तो महंगाई का जरा ध्यान रखना चाहिए। वधिया सरकार आवे, ਆਪਾਂ ਕਿਹੜੀ ਮਰਜ਼ੀ ਆਵੇ ਵਧੀਆ। ਨਿਰਮਲ ਸਿੰਘ ਹੈ ਜੀ। ਭਾਜੀ ਮੈਨੂੰ ਲੱਗਦਾ ਵਾ ਵੀ ਸਰਕਾਰ ਤੇ ਪਿਛਲੀਆਂ ਲਾ ਲਓ 2002 ਤੋਂ ਜਾਂ ਉਸ ਤੋਂ ਵੀ ਪਿੱਛੋਂ ਲਾ ਲਓ ਕੋਈ ਕੰਮ ਵੀ ਨਹੀਂ ਹੋਇਆ ਵੀ ਜੇ ਅਸੀਂ ਆਖੀਏ ਵੀ ਇਸ ਕੰਮ ਵੱਲ ਧਿਆਨ ਦੇਣਾ ਚਾਹੀਦਾ ਜਾਂ ਇਸ ਵੱਲ ਨਹੀਂ ਦੇਣਾ ਚਾਹੀਦਾ, ਸਾਰੇ ਕੰਮ ਹੀ ਹੋਣ ਵਾਲੇ ਆ ਹੈ ਨਾ। ਵੀ ਆਪਾਂ ਕਿਸੇ ਗੁਰਦੁਆਰੇ ਮੰਦਿਰ ਨੂੰ 100 ਕਰੋੜ ਦੇ ਦਿੱਤਾ, ਕਿਸੇ ਨੂੰ ਕੁਛ ਦੇ ਦਿੱਤਾ, ਉਹਨਾਂ ਨਾਲ ਲੋਕਾਂ ਦੀ ਡਿਵੈਲਪਮੈਂਟ ਥੋੜ੍ਹਾ ਨਾ ਹੋਣੀ ਆ। ਡਿਵੈਲਪਮੈਂਟ ਹੋਣੀ ਆ ਐਜੂਕੇਸ਼ਨ, ਹੈਲਥ, ਉਹਨਾਂ ਚੀਜ਼ਾਂ ਵੱਲ ਧਿਆਨ ਕੀਤਾ ਹੈ ਨਾ। ਤੁਸੀਂ ਪ੍ਰਾਇਮਰੀ ਐਜੂਕੇਸ਼ਨ ਜਿਹੜੀ ਆ ਉਹਦੇ ਵਿੱਚ ਤੁਸੀਂ ਭਰਤੀ ਨਹੀਂ ਕੀਤੀ, ਜੇ ਕੀਤੀ ਬੇਸਿਕ ਪੇ 'ਤੇ ਕੀਤੀ, ਸੈਕੰਡਰੀ ਐਜੂਕੇਸ਼ਨ 'ਚ ਨਹੀਂ ਕੀਤੀ, ਹਾਇਰ ਐਜੂਕੇਸ਼ਨ ਦਾ ਤੁਸੀਂ ਪੇ ਕਮਿਸ਼ਨ ਨਹੀਂ ਲਾਇਆ ਹੈ ਨਾ। ਵੀ ਸਾਰੇ ਇੰਡੀਆ 'ਚ ਲੱਗ ਗਿਆ, ਇੱਥੇ ਤੁਸੀਂ ਨਹੀਂ ਲਾਇਆ ਹੈ ਨਾ। ਉਹ ਸਾਰੀਆਂ ਚੀਜ਼ਾਂ। ਫਿਰ ਜੇ ਹੈਲਥ ਵਾਲੇ ਪਾਸੇ ਵੇਖੀਏ, ਸਰਕਾਰੀ ਤੁਸੀਂ ਜਿੰਨੇ ਹਸਪਤਾਲ ਆ ਉਹਨਾਂ ਵਿੱਚ ਡਾਕਟਰ ਨਰਸਾਂ ਭਰਤੀ ਨਹੀਂ ਕੀਤੇ। ਜੇ ਕੀਤੇ ਉਹਨਾਂ ਨੂੰ ਬੇਸਿਕ ਪੇ 'ਤੇ ਕੀਤਾ, ਉਹਨਾਂ ਨੇ ਕੇਸ ਕਰਕੇ ਤੇ ਫਿਰ ਉਹਨਾਂ ਨੇ ਆਪਣੀ ਪੇ ਪੂਰੀ ਕਰਾਈ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਜੀ ਕਰ ਦਿੱਤਾ ਵੀ ਅਸੀਂ ਇੰਸ਼ੋਰੈਂਸ ਦੇਵਾਂਗੇ ਹੈ ਨਾ। ਇੰਸ਼ੋਰੈਂਸ ਉਹੀ ਸਰਕਾਰੀ ਹਸਪਤਾਲ ਜਿਨ੍ਹਾਂ ਵਿੱਚ ਇਲਾਜ ਮੁਫਤ ਹੋਣਾ ਚਾਹੀਦਾ, ਉਹਦੇ ਵਿੱਚ ਤੁਸੀਂ ਮਜ਼ਦੂਰਾਂ ਕੋਲ ਇੰਸ਼ੋਰੈਂਸ ਲੈ ਕੇ ਤੇ ਉਹਨਾਂ ਵਾਸਤੇ ਇੱਕ ਵੱਖਰੇ ਹਸਪਤਾਲ ਖੋਲ੍ਹ ਦਿੱਤੇ ਤੇ ਤੁਸੀਂ ਆਹ ਕਹਿਣ ਡੇ ਜੇ ਵੀ ਅਸੀਂ ਬੜਾ ਕੰਮ ਕੀਤਾ। ਮੇਰਾ ਨਾਮ ਸਿਮਰਨਦੀਪ ਸਿੰਘ ਹੈ ਜੀ। ਸਰਕਾਰ ਦਾ ਏਜੰਡਾ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਕਿ ਉਹ ਪਬਲਿਕ ਨੂੰ ਮਿਲੇ। ਪਬਲਿਕ ਦੀ ਜੋ ਪਰੇਸ਼ਾਨੀਜ਼ ਹੈ ਕਿਸੇ ਵੀ ਬੇਸ 'ਤੇ, ਜਿਵੇਂ ਹਰ ਕਿਸੇ ਦੀ ਪਰੇਸ਼ਾਨੀ ਹੈ, ਕੋਈ ਪੁਲਿਸ ਵਾਲਾ ਜਾਂ ਕੋਈ ਵੀ ਹੈ, ਕਿਸੇ ਦੀ ਵੀ ਪਰੇਸ਼ਾਨੀ, ਨੋਰਮਲ ਇਨਸਾਨ, ਪੁਲਿਸ ਵਾਲੇ ਵੀ ਇਨਸਾਨ ਹੈ, ਉਹਨਾਂ ਦੀ ਵੀ ਪਰੇਸ਼ਾਨੀ ਹੁੰਦੀ ਹੈ। ਉਹਨਾਂ ਦੀ ਪਰੇਸ਼ਾਨੀ ਨੂੰ ਸਮਝੇ। ਉਹ ਨਹੀਂ ਕਿ ਪੋਲੀਟੀਸ਼ੀਅਨ ਸਰਕਾਰ ਬਣ ਗਈ ਅਤੇ ਆਲ ਡਨ ਹੋ ਗਿਆ ਉਹਨਾਂ ਦਾ, ਖਤਮ। ਕਿਉਂਕਿ ਨੋਰਮਲ ਬੰਦੇ ਦੇ ਵੀ ਬੜੇ ਇਸ਼ੂਜ਼ ਹੁੰਦੇ ਆ, ਗਰੀਬ ਤੋਂ ਲੈ ਕੇ ਅਮੀਰ ਤੱਕ ਦੇ ਇਸ਼ੂਜ਼ ਹੈ, ਭਾਵੇਂ ਉਹ ਮਹਿੰਗਾਈ ਨੂੰ ਹੈ, ਭਾਵੇਂ ਕਿਸੇ ਵੀ ਬੇਸ ਨੂੰ, ਕਰਪਸ਼ਨ ਨੂੰ ਲੈ ਕੇ ਬੇਸ, ਹਰ ਕਿਸੇ ਨੂੰ ਏਜੰਡੇ हर किसी होने चाहिए, सॉल्व हर किसी। मेरा नाम है विनायक पडवल। आप कहाँ से हैं? मैं आया हूँ बम्बई से। साहब, सरकार किसकी बने, मुद्दा होना चाहिए सिर्फ डेवलपमेंट, ठीक है। आज हम देखें 1947 से आज 2021 में हमने हमारी कंट्री को डेवलप होते ही देखा है, ठीक है। जहाँ पर हमारे रेलवे ट्रैक से लेके एयरवेज, आज हम मेट्रो की बात करते हैं, ठीक है। सो वी आर इनटू डेवलपिंग कंट्री, ठीक है। सो इंडिया एक डेवलपिंग कंट्री है, ठीक है, और हमें डेवलपमेंट की तरफ ध्यान देना चाहिए। ਏਜੰਡਾ ਸਰ ਇਹੋ ਹੀ ਹੈ ਕਿ ਮਹਿੰਗਾਈ ਨੂੰ ਕੰਟਰੋਲ ਦੇ ਵਿੱਚ ਕਰਨਾ ਚਾਹੀਦਾ ਹੈ ਅਤੇ ਬਾਕੀ ਬਿਜ਼ਨਸ ਵੱਲ ਵੀ ਹਰ ਇਨਸਾਨ ਵੱਲ ਧਿਆਨ ਹੋਵੇ ਅਤੇ ਹਰ ਕੰਮ ਚੱਲਦਾ ਹੈ ਬਿਜ਼ਨਸ ਦੇ ਅਕੋਰਡਿੰਗ। ਜੇ ਮਹਿੰਗਾਈ ਹੋਏਗੀ ਤਾਂ ਬਿਜ਼ਨਸ ਵੀ ਡਾਊਨ ਹੋਣਗੇ, ਅਤੇ ਜੇ ਮਹਿੰਗਾਈ ਕੰਟਰੋਲ ਹੋਏਗੀ ਤਾਂ ਫਿਰ ਸਭ ਕੁਛ ਕੰਟਰੋਲ ਹੈ। ਤਾਂ ਉਹਦੇ ਅਕੋਰਡਿੰਗ ਹਰ ਜਿਹੜਾ ਵੀ ਪਾਰਟੀ ਆਉਂਦੀ ਹੈ ਉਹਨਾਂ ਨੂੰ ਇਹੋ ਹੀ ਧਿਆਨ ਦੇਣਾ ਚਾਹੀਦਾ ਹੈ ਕਿ ਆਮ ਬੰਦੇ ਵੱਲ, ਕਿਉਂ ਆਮ ਬੰਦਾ किस दौरान अपनी दिनचर्या च गुजर रहा है। मैं सूरज फरीदाबाद तो थोड़ा जिहा सरकार नूं ना अपने कुछ पब्लिक की महंगाई वास्ते सोचना चाहिए। महंगाई बहुत ज़्यादा हो गई है, कुछ करप्शन है, करप्शन नूं थोड़ा कंट्रोल करना चाहिए। जिहड़े मतलब कि एजेंट बने होन जगह जगह महकमे उन्होंने थोड़ा घट करना चाहिए, घट की खत्म ही होने चाहिए। नो एक आम आदमी अगर ऑनलाइन कोई भी एप्लीकेशन करता है, उन्होंने इतनी सुविधा होनी चाहिए कि अपनी जानकारी किसी भी ऑफिस जाके मिल जाए, उन्होंने एजेंट के मुँह ना लगना पे किसी को। ये मैं कहना भाई सरकार को इस चीज़ से ज़्यादा ध्यान देना चाहिए। अपना जी गुरमीत सिंह टोनी, ਤੁਸੀਂ ਕਿੱਥੋਂ ਆਏ ਜੀ? ਦਿੱਲੀ ਪੱਛਮੀ ਵਿਹਾਰ ਗੁਰੂ ਰਖਸ਼ ਨਗਰ ਤੋਂ। ਸਰਕਾਰ ਨੂੰ ਜਿਹੜੇ ਆਪਣੇ ਵਾਅਦੇ ਕਰਦੀ ਹੈ ਨਾ ਇਲੈਕਸ਼ਨਾਂ ਦੇ ਨੂੰ ਪੂਰੇ ਕਰੇ,
ਔਰ ਸਭ ਤੋਂ ਪਹਿਲੇ ਆਪਣੀ ਪਾਰਟੀ ਨੂੰ ਜਿਹੜੇ ਰਾਜੀ ਕਰੇ। ਇੱਕ ਦੂਜੇ ਨਾਲ ਲੜੀ ਜਾਂਦੇ ਹੈ, ਜਿਸ ਕਰਕੇ ਲੋਕ ਨਾਰਾਜ਼ ਹੋ ਜਾਂਦੇ ਹੈ। ਜਿਹੜੇ ਵਾਅਦੇ ਕਰਦੇ ਹਨ ਉਸ ਨੂੰ ਵਾਅਦੇ ਵੋਟਾਂ ਲੈਣ ਵਾਸਤੇ ਅਖੀਰ ਤੇ ਆ ਜਾਂਦੇ ਹਨ ਤੇ ਵਾਅਦੇ ਪੂਰੇ ਨਹੀਂ ਕਰਦੇ। ਔਰ ਜਿਹੜੀਆਂ ਕਮੀਆਂ ਹਨ ਸ਼ਹਿਰ ਉਹਨਾਂ ਨੂੰ ਪੂਰੀਆਂ ਕਰਨ, ਲੋਕਾਂ ਦੇ ਬਿਜਲੀ ਪਾਣੀ ਠੀਕ ਕਰਨ ਤੇ ਇਹੀ ਸਾਡੀ ਬੇਨਤੀ ਆ ਸਰਕਾਰ ਅੱਗੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਜੋਤ ਸਿੰਘ ਟੋਨੀ ਹੈ ਜੀ। ਦੇਖੋ ਏਜੰਡੇ ਤੇ ਬਹੁਤ ਸਾਰੇ ਨੇ, ਮੈਂ ਕਹਿੰਦਾ ਏਜੰਡਾ ਤੁਸੀਂ ਜੋ ਮਰਜ਼ੀ ਰੱਖੋ, ਮਗਰ ਇੱਕ ਚੀਜ਼ ਜਿਹਦੇ ਕਰਕੇ ਸਾਡਾ ਮੁਲਕ ਸਾਡਾ ਦੇਸ਼ ਪਿੱਛੇ ਹੈ ਉਹ ਹੈਗੀ ਹੈ ਐਜੂਕੇਸ਼ਨ। ਸਾਨੂੰ ਬੜਾ ਫੋਕਸ ਐਜੂਕੇਸ਼ਨ ਤੇ ਕਰਨਾ ਚਾਹੀਦਾ। ਜੇ ਸਾਡੇ ਕੋਲ ਐਜੂਕੇਸ਼ਨ ਹੋਏਗੀ ਤੇ ਸਾਡੇ ਜਿੰਨੇ ਮਿਨਿਸਟਰ ਹੈਗੇ ਆ, ਜਿੰਨੇ ਪੋਲੀਟੀਸ਼ੀਅਨ ਹੈਗੇ ਆ, ਜਿੰਨੀ ਜਨਤਾ ਹੈ ਸਾਰੀ ਪੜ੍ਹੀ ਲਿਖੀ ਹੋਏਗੀ ਤੇ ਪੜ੍ਹੇ ਲਿਖੇ ਹੋਣ ਨਾਲ ਪੜ੍ਹੇ ਲਿਖਿਆ ਦਿਮਾਗ ਲਗਾਉਣਗੇ ਤੇ ਤਰੱਕੀ ਤਾਂ ਹੀ ਹੋਏਗੀ। ਇੱਥੋਂ ਗਰੀਬੀ ਘਟੇਗੀ। ਜਿਹੜਾ ਅਸੀਂ ਗੰਦ ਫੈਲਾਉਂਦੇ ਹਾਂ ਰੋਡ ਤੇ, ਸਭ ਕੁਝ ਜਿਹੜੀ ਚੰਗੀ ਭਲੀ ਚੀਜ਼ ਵੀ ਹੁੰਦੀ ਉਹਨੂੰ ਗੰਦਾ ਕਰ ਦਿੰਦੇ ਆ, ਉਹ ਲੈਕ ਆਫ ਐਜੂਕੇਸ਼ਨ ਕਰਕੇ ਹੁੰਦਾ ਹੈ। ਤੇ ਮੇਰੀ ਸਿਰਫ ਇੱਕੋ ਦਰਖਾਸਤ ਹੈ ਕਿ ਐਜੂਕੇਸ਼ਨ ਤੇ ਜ਼ੋਰ ਮਾਰਿਆ ਜਾਏ ਤੇ ਜਿਹੜੀ ਅਨਪੜ੍ਹਤਾ ਹੈਗੀ ਹੈ ਉਹ ਸਾਡੇ ਦੇਸ਼ ਤੋਂ ਹਟਾਈ ਜਾਏ, ਸਾਡਾ ਦੇਸ਼ ਆਪੇ ਤਰੱਕੀ ਕਰੇਗਾ। ਨਰਿੰਦਰਪਾਲ ਸਿੰਘ। ਵੇਖੋ ਜੀ, ਸਰਕਾਰ 'ਚ ਜਿਹੜੀ ਮਰਜ਼ੀ ਆ ਜਾਏ, ਪਹਿਲੇ ਵੇਖੋ ਹੈਰੀਟੇਜ ਬਣਾਈ ਇਹਨਾਂ ਨੇ, ਇੱਧਰ ਘੁੰਮ ਕੇ ਵੇਖੋ ਸਾਰੇ ਬੰਨੇ ਕੋਈ ਸਫਾਈ ਦਾ ਕੋਈ ਤਰੀਕਾ ਨਹੀਂ ਗਾ। ਕਿੰਨੀ ਸੰਗਤ ਹੈ, ਕਿੰਨਾ ਰਸ਼ ਆ, ਤੇ ਇਹਨਾਂ ਨੂੰ ਇਹਦੇ ਬਾਰੇ ਜ਼ਰੂਰ ਧਿਆਨ ਕਰਨਾ ਚਾਹੀਦਾ ਸਰਕਾਰ ਨੂੰ ਸਭ ਤੋਂ ਪਹਿਲਾਂ, ਕਿਉਂਕਿ ਇੱਥੇ ਬਹੁਤ ਦੂਰੋਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਨੇ, ਉਹਨਾਂ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ। ਇਸ ਕਰਕੇ ਸੁਰੱਖਿਆ ਦਾ ਵੀ ਥੋੜ੍ਹਾ ਜਿਹਾ ਇੱਥੇ ਹੋਣਾ ਚਾਹੀਦਾ। ਕਈਆਂ ਦੇ ਪੈਸੇ ਨਿਕਲ ਜਾਂਦੇ ਨੇ, ਪਰਸ ਨਿਕਲ ਜਾਂਦੇ, ਮੋਬਾਈਲ ਗੁਆਚਦੇ ਨੇ, ਇਹ ਵੀ ਬੜਾ ਵੱਡਾ ਇਸ਼ੂ ਹੈ। ਕਿਉਂਕਿ ਇੱਥੇ ਸੰਗਤ ਵੇਖੀ, ਕਈ ਲੋਕ ਕਹਿੰਦੇ ਸਾਨੂੰ ਪਰੇਸ਼ਾਨੀ ਤੋਂ ਸਾਡੇ ਜੀ ਪੈਸੇ ਨਿਕਲ ਗਏ, ਸਾਨੂੰ ਕਿਰਾਇਆ ਚਾਹੀਦਾ, ਕਈਆਂ ਨੂੰ ਦਹੀਂ ਦਾ ਵੀ ਲੈ ਕੇ ਸੰਗਤ ਕੋਲ ਇਕੱਠੇ ਕਰਕੇ, ਤੇ ਇਹ ਵੀ ਬੜਾ ਵੱਡਾ ਇਸ਼ੂ ਹੈ। सरकार को चाहिए कुछ ये बारे सोचना। मेरा नाम विशाल है, मैं पुणे से हूँ। देखिए, मेन एजेंडा तो मुझे ऐसा लगता है कि ऑब्वियसली महंगाई तो होती है, लेकिन महंगाई के पीछे कारण क्या होते हैं, और दूसरा जो होता है कि जो स्कीम्स चलती है गवर्नमेंट की, वो ग्राउंड लेवल पे इम्प्लीमेंटेशन होने में सबसे बड़ी दिक्कत होती है मैनुअल वर्क। ये मुझे लगता है मैनुअल वर्क अगर जितना कम हो और जितना ऑटोमाइजेशन हो वो ज़्यादा अच्छा है। ऐसा नहीं है कि अभी लोगों के पास बैंक अकाउंट्स वगैरह नहीं है, गवर्नमेंट कोशिश कर रही है, बट उसमें थोड़ा सुधार ज़रूरी है। तीसरा होता है एजुकेशन। एजुकेशन लेवल जो है अभी भी उतना क्लियर और क्लीन नहीं है जैसा होना चाहिए। लैक ऑफ एजुकेशन और इन्फॉर्मेशन का प्रॉब्लम देखिए, अब ऐसा है कि गवर्नमेंट तो बोलती है कि सर्व शिक्षा अभियान चल रहा है, लेकिन क्या लोगों में उतना अवेयरनेस है? बहुत सारी कम्युनिटीज़ ऐसी है जो एजुकेशन की तरफ इतना सीरियसली ध्यान नहीं देती है। तो मुझे ऐसा लगता है कि स्किल इंडिया तभी बनेगा जब एजुकेशन सब तक ठीक तरीके से पहुंचेगा। ये मेरा व्यू है। जब तक एजुकेशन नहीं होता तब तक आपका इन्फॉर्मेशन नेटवर्क नहीं बढ़ता। इन्फॉर्मेशन नहीं मिलेगा, नॉलेज नहीं मिलेगा, नॉलेज नहीं मिलेगा कि बाकी आप चीज़ों को समझ नहीं पाएंगे, और फिर आप उसी एक चीज़ को रिपीट करेंगे। जैसे कोई बिजनेस कर रहा है, उसमें कोई मॉडिफिकेशन नहीं। अल्टीमेटली देखिए, रिसोर्सेज जो नेचुरल रिसोर्सेज है वो ख़त्म होंगे, चाहे कुछ भी कर लीजिए। गवर्नमेंट पब्लिक कंज्यूम किए जा रही है, कभी तो अंत होगा, और जैसे जैसे नेचुरल रिसोर्सेज कम होंगे ये महंगाई बढ़ेगी, क्योंकि आपका यातायात या फिर जितना भी नेटवर्क है, ट्रांसपोर्ट है, सारा कुछ नेचुरल रिसोर्सेज पे है। अगर वो बढ़ गए तो महंगाई बढ़ेगी, आपकी लागत बढ़ेगी, ढुलाई बढ़ेगी, तो वो आप कंट्रोल नहीं कर सकते। आप उसको ये नहीं बोल सकते कि ख़त्म हो जाएगी या रुक जाएगी, ये बढ़ेगी। जी, मेरा नाम स्वप्निल है, स्वप्निल चतुर, मैं महाराष्ट्र पुणे से हूँ। देखिए भाई साहब, जब कोई भी गवर्नमेंट बनती है तो उनका बेसिक एजेंडा होना चाहिए एक तो डिज़ास्टर मैनेजमेंट, क्योंकि अभी करंटली जो पैंडेमिक चल रहा है तो गवर्नमेंट ने क्या रूल्स होने चाहिए। जैसे अभी आप देख रहे हो, यहाँ पे हम लोग घूम रहे हैं, मार्केट प्लेस में हैं, लेकिन कोविड अप्रोप्रिएट बिहेवियर जो है वो हमें दिखने में नहीं दे रहा है। तो सरकार का वो तो प्रायोरिटी होना चाहिए कि हाउ डू दे ओवरकम ऑन दिस नेचुरल कैलामिटी, राइट। सेकेंडली, उन्होंने इंफ्रास्ट्रक्चर डेवलपमेंट में थोड़ा सा स्ट्रेस देना चाहिए। और जो मैं बोलते हैं इंफ्रास्ट्रक्चर डेवलपमेंट, इट्स नॉट ओनली अबाउट बिल्डिंग रोड्स, डेवलपिंग रियल इस्टेट, बट उसमें उन्होंने ये भी देखना चाहिए कि भाई यहाँ पे स्कूल्स कॉलेजेस कैसे बन रहे हो, और वो स्कूल कॉलेजेस जो है उसमें एम्प्लॉयबिलिटी कितनी निकली। क्योंकि देखिए, अब अगर पंजाब में आप देखो तो कई सारे नए कॉलेजेस खुल चुके हैं, लेकिन पंजाब के जो स्टूडेंट्स हैं आज भी जॉब के लिए उन्हें बाहर जाना पड़ता है। तो लोकल गवर्नमेंट ने ये देखना चाहिए कि यहाँ पर लोकल एम्प्लॉयबिलिटी कैसे होगा। जैसे आप देखो बाकी गवर्नमेंट जो है, आप जैसे देखो महाराष्ट्र गवर्नमेंट देखो, आप कर्नाटका गवर्नमेंट देखो, या फिर तमिलनाडु, वहाँ पे उन्होंने लोकल एम्प्लॉयमेंट बहुत क्रिएट किया है प्राइवेट सेक्टर में।
तो यहाँ पे प्राइवेट सेक्टर में उन्होंने एम्प्लॉयमेंट थोड़ा जनरेट करना चाहिए। उसके लिए जिस तरह गुजरात में होता है वाइब्रेंट गुजरात, उस टाइप का पंजाब गवर्नमेंट ने कुछ सबमिट करना चाहिए, क्योंकि बहुत सारे पंजाब के जो रेसिडेंट है आज वो इंडिया के बाहर है और वो लोग यहाँ पे कि इन्वेस्ट कर सकते हैं, तो उनको मोटिवेट करना चाहिए जी।